डिसीजन जिहड़ा आ वो किसान जथेबंदियां नूं मिल के उन्हां नाल मीटिंग करके उहदे तो बाद ही लिया जाऊगा, क्योंकि असीं वो कोई इहो जिहा काम नहीं करना चाहुंदे जिहदे विच कोई पंजाब दा नुकसान होवे, कोई तलखी होवे, कोई किसानी दा नुकसान होवे। देश नूं जिधर नूं बीजेपी दी सरकार लैके जा रही आ, ये बड़ा मंदभागा आ और ਇਹਦੇ ਨਾਲ आउण वाले समय ਦੇ ਵਿੱਚ बहुत ਵੱਡੀਆਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਪੈਦਾ ਹੋਣ ਵਾਲੀਆਂ। हिंदुस्तान के 75 सालों के इतिहास के कभी नहीं होया जिहड़ा पिछले 7 सालों के होया। खाद दीयां कीमतां देख लो, तुसी तेल दीयां कीमतां देख लो, तेल दे नाल ट्रांसपोर्टेशन देख लो। MSP मेरा ख्याल है कि 23 फसलों ते है, जद कि सिर्फ खरीद जिहड़ी आ वो 2 फसलों की हुंदी आ। तां बिल्कुल किसानी नाल मजाक है, क्योंकि MSP ਅਸੀਂ ਬੇਸਿਕਲੀ ਤਾਂ ਜੋ ਉਹਦੇ ਤੇ ਐਕਸਪੈਂਸਸ ਆਉਂਦਾ ਉਹਨੂੰ ਕੈਲਕੂਲੇਟ ਕਰਕੇ ਵਧਾਉਣੀ ਹੁੰਦੀ ਆ। ਤੁਸੀਂ ਖਾਦ ਦੀਆਂ ਕੀਮਤਾਂ ਦੇਖ ਲਓ, ਤੁਸੀਂ ਤੇਲ ਦੀਆਂ ਕੀਮਤਾਂ ਦੇਖ ਲਓ, ਤੇਲ ਦੇ ਨਾਲ ਟਰਾਂਸਪੋਰਟੇਸ਼ਨ ਦੇਖ ਲਓ। ਮੈਨੂੰ ਲੱਗਦਾ ਕਿ ਇਹ ਬਿਲਕੁਲ ਇੱਕ ਮਜ਼ਾਕ ਹੈ ਕਿਸਾਨੀ ਨਾਲ। ਔਰ ਦੂਸਰੀ ਇਹ ਵੀ ਹੈ, MSP ਮੇਰਾ ਖਿਆਲ ਹੈ ਕਿ 23 ਫਸਲਾਂ ਤੇ ਆ, ਜਦ ਕਿ ਸਿਰਫ ਖਰੀਦ ਜਿਹੜੀ ਆ ਉਹ 2 ਫਸਲਾਂ ਦੀ ਹੁੰਦੀ ਆ। ਔਰ ਉਹ ਵੀ ਸਰਕਾਰ ਦੀ ਨੀਤ ਆ ਜਿਹੜੇ 3 ਕਾਲੇ ਬਿੱਲ ਲਿਆ ਕੇ ਉਹ ਵੀ ਸਰਕਾਰ ਦੀ ਨੀਤ ਜਿਹੜੀ ਸਾਫ਼ ਨਹੀਂ ਹੈਗੀ। ਸੋ ਮੈਂ ਤਾਂ ਇਸ ਗੱਲ ਨੂੰ ਬਿਲਕੁਲ ਰਿਜੈਕਟ ਕਰਦਾ, ਕਿਉਂਕਿ ਇਹ ਦੇਸ਼ ਨੂੰ ਜਿੱਧਰ ਨੂੰ BJP ਦੀ ਸਰਕਾਰ ਲੈ ਕੇ ਜਾ ਰਹੀ ਆ, ਇਹ ਬੜਾ ਮੰਦਭਾਗਾ ਆ। ਔਰ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਪੈਦਾ ਹੋਣ ਵਾਲੀਆਂ। ਮੈਨੂੰ ਲੱਗਦਾ ਸਰਕਾਰ ਨੂੰ ਔਰ ਖਾਸ ਕਰਕੇ ਸਾਡੇ ਪ੍ਰਾਈਮ ਮਿਨਿਸਟਰ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਔਰ ਅਮਿਤ ਸ਼ਾਹ ਜੀ ਨੂੰ सोच विचार के इनू विड्रॉ करके ਉਹਦੇ ਤੋਂ 9 ਮਹੀਨਿਆਂ ਦੇ ਵਿੱਚ ਨੁਕਸਾਨ ਹੋਇਆ, 9 ਮਹੀਨਿਆਂ ਦੇ ਵਿੱਚ ਨੁਕਸਾਨ ਹੋਇਆ, 600 ਤੋਂ ਵੱਧ ਜਾਨਾਂ ਗਈਆਂ ਕਿਸਾਨਾਂ ਦੀਆਂ। ਉਹ ਸਾਡੇ ਨੇਸ਼ਨ ਦਾ ਔਰ ਸਾਡੇ ਅਦਰਵਾਈਜ਼ ਜਿਹੜੀਆਂ ਫਾਈਨੈਂਸ਼ੀਅਲ ਜਿਹੜੀਆਂ ਸਿਸਟਮ ਹੈਗਾ ਉਹਦਾ ਬਹੁਤ ਵੱਡਾ ਨੁਕਸਾਨ ਆ। ਇਹਨਾਂ ਨੂੰ ਵਿਡਰॉ ਕਰਨਾ ਚਾਹੀਦਾ ਇਮੀਡੀਏਟਲੀ ਔਰ ਉਹਦੇ ਤੋਂ ਗਾਂ ਦੇਸ਼ ਨੂੰ ਜਿਹੜਾ ਉਹ ਤੋੜਨਾ ਚਾਹੀਦਾ। ਵਿਡਰॉ ਤੁਸੀਂ ਖੇਤੀ ਕਾਨੂੰਨਾਂ ਨੂੰ ਕਹਿ ਰਹੇ ਹੋ ਕਿ 3 ਖੇਤੀ ਕਾਨੂੰਨ ਵਾਪਸ ਲੈ ਕੇ 3 ਖੇਤੀ ਕਾਨੂੰਨ ਤੇ ਨਵੀਂ ਕਮੇਟੀ ਬਣੀ ਵਿਡਰॉ ਕਰਕੇ ਉਹਦੇ ਤੋਂ ਬਾਅਦ ਡਿਸਕਸ਼ਨ ਕਰ ਲਓ, ਕਿਉਂਕਿ ਅਲਟੀਮੇਟਲੀ ਜੇ ਕਿਸਾਨ ਇਹਨਾਂ ਨੂੰ ਨਹੀਂ ਚਾਹੁੰਦੇ ਤੇ ਧੱਕੇ ਨਾਲ ਇਹ ਕਹੀ ਜਾਂਦੇ ਆ ਕਿ ਤੁਹਾਡੇ ਫਾਇਦੇ ਦੇ ਵਿੱਚ ਗੱਲ ਹੈਗੀ ਆ, ਜਦ ਕਿ ਇਹ ਪ੍ਰੂਵ ਹੋ ਚੁੱਕਾ ਕਿ ਇਹ ਪਿਓਰਲੀ ਇਹ ਜਿਹੜਾ ਆ ਇਹਦਾ ਜਿਹੜਾ ਖਾਸ ਕਰਕੇ ਜਿਹੜਾ ਇਹਦਾ ਫਾਈਨੈਂਸ਼ੀਅਲ ਐਂਗਲ ਆ ਇਹਨੂੰ ਕਾਰਪੋਰੇਟਾਈਜ਼ ਕੀਤਾ ਜਾ ਰਿਹਾ। ਔਰ ਅਸੀਂ ਇਹਨੂੰ ਕਿਸਾਨਾਂ ਨੂੰ ਬੇਸਿਕਲੀ ਉਹਨਾਂ ਤੋਂ ਬਿਲਕੁਲ ਵਾਂਝੇ ਕਰ ਰਹੇ ਹਾਂ, ਜਿਹਦੀ ਕਿ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਸਮੱਸਿਆ ਹੈ। BJP ਆਪਣੀ ਪਿੱਠ ਥਾਪੜ ਰਹੀ ਹੈ। ਤਰਨਜੋਗ ਹੋਰਾਂ ਦੀ ਸਟੇਟਮੈਂਟ ਆਈ, ਉਹ ਕਹਿੰਦੇ ਕਿ ਪਿਛਲੇ 7 ਸਾਲਾਂ 'ਚ ਅਸੀਂ ਕਿਸਾਨਾਂ ਲਈ ਜੋ ਕੁਝ ਕੀਤਾ ਔਰ 10 ਸਾਲ ਦਾ ਕਾਂਗਰਸ ਦੀ ਜੋ UPA ਦੀ ਸੀ ਉਹ ਕੰਪੈਰੀਜ਼ਨ ਕਰਕੇ ਦੇਖ ਲੈਣ। ਰਾਹੁਲ ਗਾਂਧੀ ਸਵਾਲ ਪੁੱਛ ਰਹੇ ਆ, ਲੇਕਿਨ ਉਹਨਾਂ ਦੇ ਵੇਲੇ ਸਿਰਫ ਕਿਸਾਨਾਂ ਦੀਆਂ ਜ਼ਮੀਨਾਂ ਲੁੱਟੀਆਂ ਗਈਆਂ। ਰੋਬਰਟ ਵਾਡਰਾ ਹੋਰਾਂ ਨੇ ਕਿਸਾਨਾਂ ਦੀ ਜ਼ਮੀਨ ਲੁੱਟੀ। ਉਹ ਕਿਸ ਨੂੰ ਨਾਲ ਗੱਲ ਕਰ ਰਹੇ? ਦੇਖੋ, ਇਹ ਤਾਂ ਕਹਿਣ ਦੀਆਂ ਗੱਲਾਂ ਹੈਗੀਆਂ। ਅੱਜ ਦੇਸ਼ ਦੀ ਆਰਥਿਕ ਵਿਵਸਥਾ ਕਿੱਥੇ ਹੈਗੀ ਆ, ਕਿਉਂਕਿ ਜੋ ਸਾਡੀਆਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਹੈਗੀਆਂ ਜਿਹੜੀਆਂ ਸਾਡੀਆਂ ਬੇਸਿਕਲੀ ਜਿੰਨਾ ਕੁ ਪ੍ਰਾਈਵੇਟਾਈਜ਼ ਅਸੀਂ ਕਰ ਰਹੇ ਹਾਂ, ਮੇਰਾ ਖਿਆਲ ਹੈ ਕਿ ਹਿੰਦੁਸਤਾਨ ਦੇ 75 ਸਾਲਾਂ ਦੇ ਇਤਿਹਾਸ ਦੇ ਵਿੱਚ ਕਦੀ ਨਹੀਂ ਹੋਇਆ ਜਿਹੜਾ ਪਿਛਲੇ 7 ਸਾਲਾਂ ਦੇ ਵਿੱਚ ਹੋਇਆ। ਸੋ ਇਸ ਕਰਕੇ ਤਾਂ ਇਹਨਾਂ ਨੂੰ ਮੈਨੂੰ ਲੱਗਦਾ ਕਿ ਇਹਨਾਂ ਦਾ ਕੁਐਸਚਨ ਹੀ ਜਿਹੜਾ ਆ ਉਹ ਕਿਤੇ ਨਾ ਕਿਤੇ ਦੇਸ਼ ਪੱਖੀ ਨਹੀਂ ਹੈਗਾ। ਇਹ ਤਾਂ ਪਿਓਰਲੀ 2 ਘਰਾਣਿਆਂ ਨੂੰ ਇਹ ਸਿਰਫ ਹਿੰਦੁਸਤਾਨ ਦੀ ਟੋਟਲ ਪੂੰਜੀ ਫੜਾਉਣਾ ਚਾਹੁੰਦੇ ਆ। ਔਰ ਇਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਜਿਹੜਾ ਲਗਭਗ 140 ਕਰੋੜ ਲੋਕੀ ਆ ਉਹਨਾਂ ਨੂੰ ਅੰਗੇਜ ਕਰਕੇ ਰੱਖਣਾ, ਉਹਨਾਂ ਦਾ ਰੋਜ਼ੀ ਰੋਟੀ ਦਾ ਪ੍ਰਬੰਧ ਕਰਨਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਭੁੱਲੀ ਬੈਠੇ ਆ। ਦੂਜਾ, ਕੱਲ ਕਿਸਾਨਾਂ ਨੇ ਜਿਹੜਾ ਸਾਰੀ ਸਿਆਸੀ ਪਾਰਟੀਆਂ ਨੂੰ ਸੱਦਾ ਪੱਤਰ ਦਿੱਤਾ ਔਰ ਅਪੀਲ ਕਰ ਰਹੇ ਕਿ ਜਦੋਂ ਤੱਕ ਸੰਘਰਸ਼ ਚੱਲ ਰਿਹਾ ਹੈ ਸਿਆਸੀ ਰੈਲੀਆਂ ਜਾਂ ਪ੍ਰਚਾਰ ਨਾ ਕੀਤਾ ਜਾਵੇ। ਕੀ ਕਾਂਗਰਸ ਜਾਏਗੀ ਕਿਸਾਨਾਂ ਨਾਲ ਗੱਲਬਾਤ ਕਰਨ? ਨਹੀਂ, ਡੈਫੀਨੇਟਲੀ ਮੇਰਾ ਖਿਆਲ ਹੈ ਕਿ ਬਾਕੀ ਤਾਂ ਮੈਂ ਪ੍ਰਧਾਨ ਸਾਹਿਬ ਨਾਲ ਗੱਲ ਕਰਕੇ ਜਾਂ ਬਾਕੀ ਵਰਕਿੰਗ ਪ੍ਰੈਜ਼ੀਡੈਂਟਸ ਨਾਲ ਗੱਲ ਕਰਕੇ ਮੇਰਾ ਖਿਆਲ ਹੈ ਕਿ ਅਸੀਂ ਬਿਲਕੁਲ ਜਾਵਾਂਗੇ, ਕਿਉਂਕਿ ਕਾਂਗਰਸ ਹਮੇਸ਼ਾ ਹੀ ਕਿਸਾਨਾਂ ਦੀ ਫੇਵਰ ਦੇ ਵਿੱਚ ਖੜੀ ਰਹੀ ਹੈ। ਔਰ ਜਿੱਥੋਂ ਜੋ ਵੀ ਹੋਇਆ ਅਸੀਂ ਬੈਸਟ ਪੋਸੀਬਲ ਔਰ ਜਿਹੜੇ ਅਸੀਂ ਵਿਧਾਨ ਸਭਾ ਦੇ ਵਿੱਚ ਕਾਨੂੰਨ ਵੀ ਲਿਆਂਦੇ ਆ ਉਹ ਵੀ ਅਸੀਂ ਜਿਹੜਾ ਆ ਕਿਸਾਨਾਂ ਦੀ ਸਹਿਮਤੀ ਨਾਲ, ਕਿਸਾਨਾਂ ਨੇ ਜੋ ਐਡਵਾਈਸ ਕੀਤਾ ਲੀਗਲ ਐਂਗਲ ਨੂੰ ਮੁੱਖ ਰੱਖਦੇ ਹੋਏ ਉਹ ਬਿਲਕੁਲ ਅਸੀਂ ਲੈ ਕੇ ਆਂਦੇ ਆ। ਔਰ ਉਹਦੇ ਤੇ ਬਾਕੀ ਪਾਰਟੀਆਂ ਨੇ
ਚਾਹੇ ਧੱਕੇ ਨਾਲ ਹੀ ਸਹਿਮਤੀ ਕੀਤੀ ਹੈ, ਪਰ ਬਾਕੀ ਪਾਰਟੀਆਂ ਨੇ ਧੱਕੇ ਨਾਲ ਸਹਿਮਤੀ ਕੀਤੀ ਹੈ ਉਹਦੇ ਤੇ। ਔਰ ਅਸੀਂ ਬਿਲਕੁਲ ਜਿਹੜੀ ਵੀ ਕੋਈ ਸਾਰਿਆਂ ਦੀ ਸਾਂਝੀ, ਕਿਉਂਕਿ ਮੈਂ ਡੈਮੋਕ੍ਰੇਸੀ ਦੇ ਵਿੱਚ ਵਿਸ਼ਵਾਸ ਇਸ ਕਰਕੇ ਬਹੁਤ ਕਰਦਾ ਕਿਉਂਕਿ ਡਿਸਕਸ਼ਨ ਤੋਂ ਹੀ ਚੰਗੀਆਂ ਚੀਜ਼ਾਂ ਜਿਹੜੀਆਂ ਉਹ ਨਿਕਲਦੀਆਂ ਨੇ। ਪਰ ਜਥੇਬੰਦੀਆਂ ਕਹਿ ਰਹੀਆਂ ਕਿ ਜਦੋਂ ਇਲੈਕਸ਼ਨ ਅਨਾਉਂਸ ਹੋਣਗੇ ਉਦੋਂ ਹੀ ਪੋਲੀਟੀਕਲ ਪਾਰਟੀਆਂ ਨੂੰ ਕੰਪੇਨ ਚਲਾਉਣਾ ਚਾਹੀਦਾ, ਉਸ ਤੋਂ ਪਹਿਲੇ ਨਹੀਂ ਕਰਨਾ ਚਾਹੀਦਾ। ਕਿਸਾਨ ਅੰਦੋਲਨ ਦੇਖੋ, ਆਪਾਂ ਮੀਟਿੰਗ ਤੋਂ ਪਹਿਲਾਂ ਮੇਰਾ ਖਿਆਲ ਹੈ ਕਿ ਕੋਈ ਆਨਸਰ ਕਰਨਾ ਜਿਹੜਾ, ਕਿਉਂਕਿ ਲੈਟ ਅਸ ਡਿਸਕਸ ਇਟ, ਕਿਉਂਕਿ ਜੇ ਪੰਜਾਬ ਦੇ ਭਲੇ ਦੀ, ਜੇ ਕਿਸਾਨੀ ਦੇ ਭਲੇ ਦੀ ਜਿਹੜੀ ਵੀ ਗੱਲ ਹੋਊ ਆਪਾਂ ਤਾਂ ਉਹਨੂੰ ਬਿਲਕੁਲ ਵੈਲਕਮ ਕਰਦੇ। ਬਟਾਲੇ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਉੱਠ ਰਹੀ ਹੈ, ਉਸ ਤੋਂ ਬਾਅਦ ਫਗਵਾੜੇ ਨੂੰ ਵੀ ਸੋਮ ਪ੍ਰਕਾਸ਼ ਹੋਰੀ ਮੇਰਾ ਖਿਆਲ ਇਹ ਤੇ ਆਪਾਂ ਨਾ ਹਜੇ, ਕਿਉਂਕਿ ਕਈ ਚੀਜ਼ਾਂ ਅੰਡਰ ਪ੍ਰੋਸੈਸ ਹੁੰਦੀਆਂ ਹੈਗੀਆਂ, ਮੇਰਾ ਖਿਆਲ ਇਹਦੇ ਤੇ ਨਾ ਆਪਾਂ ਕਮੈਂਟ ਕਰੀਏ ਤਾਂ। ਇੱਕ ਕੱਲ ਮੁੱਖ ਮੰਤਰੀ ਨੇ ਖਾਣਾ ਜਿਹੜਾ ਵਾ ਖਿਡਾਰੀਆਂ ਨੂੰ ਦਿੱਤਾ ਸੀ। ਤਰਨਜੋਗ ਹੋਰੀ ਤਾਂ ਜੀ ਦੱਸ ਰਹੇ, ਉਹ ਕਹਿ ਰਹੇ ਕਿ ਖਾਣਾ ਖਵਾਉਣਾ ਅਲੱਗ ਗੱਲ ਹੈ, ਲੇਕਿਨ ਖਿਡਾਰੀ ਜਿਹੜੇ ਨੇ ਉਹ ਹਰਿਆਣਾ 'ਚ ਖੇਡਣਾ ਜ਼ਿਆਦਾ ਪਸੰਦ ਕਰਦੇ ਆ। ਪੰਜਾਬ 'ਚ ਉਹ ਸਹੂਲਤਾਂ ਨਹੀਂ ਹੈ, ਪੰਜਾਬ 'ਚ ਉਹ ਸਿਸਟਮ ਨਹੀਂ ਹੈ। ਤੁਸੀਂ ਵੀ ਖਿਡਾਰੀ ਹੋਣ ਦੇ ਨਾਤੇ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਨਾਲੋਂ ਹਰਿਆਣਾ ਸਰਕਾਰ ਜ਼ਿਆਦਾ ਸਹੂਲਤ ਦੇ ਰਹੀ ਹੈ? ਇਹੋ ਜੀ ਗੱਲ ਨਹੀਂ ਹੈ। ਹਾਕੀ ਦੇ ਵਿੱਚ ਹਿੰਦੁਸਤਾਨ ਦੀ 18 ਮੈਂਬਰੀ ਟੀਮ ਦੇ ਵਿੱਚ 10 ਖਿਡਾਰੀ ਜਿਹੜੇ ਉਹ ਪੰਜਾਬ ਦੇ ਸੀਗੇ। ਆਪਾਂ ਇਹ ਨਹੀਂ ਕਹਿ ਸਕਦੇ ਕਿ ਹਾਂ ਵੀ ਕਿਉਂ ਸੁਪਰ ਸਪੈਸ਼ਲਾਈਜੇਸ਼ਨ ਤੇ ਬਹੁਤ ਲੰਬੇ ਸਮੇਂ ਲਈ ਕੰਮ ਕਰਨ ਦੀ ਜ਼ਰੂਰਤ ਹੈ, ਇਹ ਓਵਰਨਾਈਟ ਨਹੀਂ ਹੁੰਦਾ। ਔਰ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਵੱਧ ਤੋਂ ਵੱਧ ਜਿਹੜਾ ਥੱਲੇ ਸਿਸਟਮ ਨੂੰ ਇਨ ਪਲੇਸ ਕਰਕੇ ਉਹਦੇ ਤੇ, ਇਹ ਠੀਕ ਹੈ ਐਡਮਿਨਿਸਟ੍ਰੇਟਿਵਲੀ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ। ਸਾਡੇ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ 5,500 ਹੈ, ਉਹਨਾਂ ਤੋਂ ਜਿਹੜਾ ਆ ਗਰਾਊਂਡ ਲੈਵਲ ਤੇ ਕੰਮ ਕਰਵਾਉਣ ਦੀ ਜ਼ਰੂਰਤ ਹੈਗੀ ਆ, ਕਿਉਂਕਿ ਜਿਹੜੇ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਆ ਬਹੁਤੇ, ਸਾਰੇ ਤਾਂ ਨਹੀਂ ਮੈਂ ਕਹਿੰਦਾ ਵੀ ਬਹੁਤੇ ਬਲੈਕ ਬੋਰਡ ਤੇ ਸਪੋਰਟਸ ਕਰਾਉਣ ਲੱਗ ਪਏ, ਵਿਚ ਇਜ਼ ਨਾਟ ਰਾਈਟ ਥਿੰਗ। ਔਰ ਮੈਂ ਇੱਕ ਦੋ ਵਾਰੀ ਸਾਡੇ ਅੱਜ ਵੀ ਐਜੂਕੇਸ਼ਨ ਮਿਨਿਸਟਰ ਵੀ ਅੱਜ ਇੱਥੇ ਆਏ ਹੈਗੇ ਆ, ਮੈਂ ਇਹਨਾਂ ਨਾਲ ਵੀ ਡਿਸਕਸ ਕਰੂੰਗਾ, ਔਰ ਕ੍ਰਿਸ਼ਨ ਕੁਮਾਰ ਹੋਣੀ ਜਿਹੜੇ ਸੈਕਟਰੀ ਐਜੂਕੇਸ਼ਨ ਹੈ ਇਹਨਾਂ ਨਾਲ ਵੀ ਡਿਸਕਸ ਕਰਕੇ, ਤਾਂ ਕਿ ਇਹਦਾ ਬੇਸ ਜਿਹੜਾ ਆ ਉਹਨੂੰ ਐਕਸਪੈਂਡ ਕੀਤਾ ਜਾਵੇ, ਕਿਉਂਕਿ ਜਿੱਦਾਂ ਚਿਰ ਬੇਸ ਤੇ ਕੰਮ ਨਹੀਂ ਹੋਊਗਾ ਉਹਨਾਂ ਚਿਰ ਸੁਪਰ ਸਪੈਸ਼ਲਾਈਜੇਸ਼ਨ ਤੇ ਕੰਮ ਨਹੀਂ ਹੋ ਸਕਦਾ। ਜੀ ਛਪਾਰ ਮੇਲੇ ਦੀ ਤੁਸੀਂ ਤਿਆਰੀ, ਅੱਛਾ, ਉਹਦੇ ਸੀਐਮ ਸਾਹਿਬ ਤੇ ਸਿੱਧੂ ਸਾਹਿਬ ਦਿਖਾਈ ਦੇਣਗੇ ਛਪਾਰ ਮੇਲੇ? ਅੱਜ ਛਪਾਰ ਮੇਲੇ ਦੀ ਅਸੀਂ ਮੀਟਿੰਗ ਕੀਤੀ ਆ, ਔਰ ਉਹਦੇ ਵਿੱਚ ਡਿਸੀਜ਼ਨ ਤਾਂ ਕੱਲ੍ਹ ਦੀ ਮੀਟਿੰਗ ਤੋਂ ਬਾਅਦ ਲਿਆ ਜਾਊਗਾ, ਕਿਉਂਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਹੈਗੀ ਆ ਉਹਦੇ ਤੋਂ ਬਾਅਦ ਲਿਆ ਜਾਊਗਾ। ਲੇਕਿਨ ਇਹ ਹੈ ਕਿ ਅੱਜ ਅਸੀਂ ਮੀਟਿੰਗ ਕੀਤੀ ਆ ਜਿਹਦੇ ਵਿੱਚ ਜਿਹੜੀਆਂ ਸਰਕਾਰ ਦੀਆਂ ਪ੍ਰਾਪਤੀਆਂ ਹੈਗੀਆਂ ਪਿਛਲੇ ਸਮੇਂ ਦੇ ਵਿੱਚ, ਔਰ ਮੈਂ ਸਮਝਦਾ ਕਿ ਇਲੈਕਸ਼ਨ ਤੋਂ ਪਹਿਲੀ ਇਹ ਸਿਆਸੀ ਕਾਨਫਰੰਸ ਹੈਗੀ ਆ, ਪਰ ਡਿਸੀਜ਼ਨ ਜਿਹੜਾ ਆ ਉਹ ਕਿਸਾਨ ਜਥੇਬੰਦੀਆਂ ਨੂੰ ਮਿਲ ਕੇ ਉਹਨਾਂ ਨਾਲ ਮੀਟਿੰਗ ਕਰਕੇ ਉਹਦੇ ਤੋਂ ਬਾਅਦ ਹੀ ਲਿਆ ਜਾਊਗਾ, ਕਿਉਂਕਿ ਜੋ ਵੀ ਉੱਥੇ ਡਿਸੀਜਨ ਹੋਊਗਾ ਉਹਦਾ ਆਊਟਕਮ ਜਿਹੜਾ ਉਹਦੇ ਤੇ ਕੰਮ ਤਿਆਰੀ ਵਾਸਤੇ ਕੋਈ ਕਮੇਟੀ ਬਣਾਈ ਹੈ? ਨਹੀਂ, ਅੱਜ ਪਹਿਲੀ ਮੀਟਿੰਗ ਕੀਤੀ ਹੈ, ਲੇਕਿਨ ਸਿੰਸ ਕੱਲ੍ਹ ਨੂੰ ਜਥੇਬੰਦੀਆਂ ਨੇ ਇਨਵਾਈਟ ਕੀਤਾ ਹੈਗਾ, ਕਿਉਂਕਿ ਅਸੀਂ ਉਹ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੁੰਦੇ ਜਿਹਦੇ ਵਿੱਚ ਕੋਈ ਪੰਜਾਬ ਦਾ ਨੁਕਸਾਨ ਹੋਵੇ, ਕੋਈ ਤਲਖੀ ਹੋਵੇ, ਕੋਈ ਕਿਸਾਨੀ ਦਾ ਨੁਕਸਾਨ ਹੋਵੇ। ਐਂਡ ਆਫ ਦਾ ਡੇ ਪਾਰਟੀਆਂ ਨੇ ਜਿਹੜਾ ਆ ਦੇਸ਼ ਦੀ ਜਾਂ ਸੂਬੇ ਦੀ ਸਿਸਟਮ ਲਈ ਹੀ ਕੰਮ ਕਰਨਾ ਹੁੰਦਾ, ਤੇ ਜੇ ਇਹਦੇ ਵਿੱਚ ਕੋਈ ਤਲਖੀ ਹੁੰਦੀ ਆ ਜਾਂ ਕੁਛ ਹੁੰਦੀ ਆ ਉਹ ਸਾਡੇ ਸੂਬੇ ਦੀ ਬਿਹਤਰੀ ਲਈ ਨਹੀਂ ਹੈ। ਇਸ ਕਰਕੇ ਉਹਨਾਂ ਦੀ ਮੀਟਿੰਗ ਤੋਂ ਬਾਅਦ ਹੀ ਜਿਹੜਾ ਆ ਉਹਦੇ ਤੇ ਡਿਸੀਜਨ ਲਵਾਂਗੇ।